ਚਲੋ ਬਈ, ਜਿਵੇਂ ਮੈਂ ਸਾਰਿਆਂ ਨੂੰ ਆਪਾਂ ਨੂੰ ਪ੍ਰੋਮਿਸ ਕੀਤਾ ਸੀਗਾ ਵੀ ਮੈਂ ਆਪਣੀ ਲਾਈਫ ਸ਼ੇਅਰ ਕਰਨੀ ਸਾਰਿਆਂ ਦੇ ਨਾਲ। ਇਹ ਬਹੁਤ ਜ਼ਰੂਰੀ ਹੈ, ਇਸ ਕਰਕੇ ਜ਼ਰੂਰੀ ਆ ਕਿ ਹਰ ਕਿਸੇ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੀਆਂ ਜ਼ਰੂਰ ਆ, ਨੋ ਡਾਊਟ ਇਨ ਦੈਟ। ਇੱਦਾਂ ਪ੍ਰੋਬਲਮ ਮੇਰੀ ਲਾਈਫ ਵਿੱਚ ਵੀ ਆਈਆਂ, ਬਹੁਤ ਕੁਛ ਹੋਇਆ, ਪਰ ਰੱਬ ਦੀ ਕਿਰਪਾ ਰਹੀ ਕਿ ਕਦੀ ਪਿੱਛੇ ਮੁੜ ਕੇ ਦੇਖਿਆ ਨਹੀਂ, ਕਦੀ ਮੈਂ ਸਟ੍ਰੈਸ ਲਈ ਨਹੀਂ, ਜਾਂ ਕਦੀ ਮੈਂ ਦਿਲ ਨਹੀਂ ਛੱਡਿਆ, ਹਿੰਮਤ ਹਾਰੀ ਨਹੀਂ ਕਦੀ। ਬਹੁਤ ਛੋਟੇ ਹੁੰਦੇ ਤੋਂ ਇੱਕ ਚੀਜ਼ ਦੇਖੀ ਸੀਗੀ, ਜਦੋਂ ਛੋਟਾ ਸੀਗਾ, ਚਲੋ ਕੰਮ ਸਾਡਾ ਖੇਤੀਬਾੜੀ ਦਾ ਸੀ, ਇਹ 'ਚ ਕੋਈ ਸ਼ੱਕ ਨਹੀਂ, ਔਖਾ ਕੰਮ ਸੀਗਾ ਬਹੁਤ। ਜਿਹੜੀ ਸਾਡੀ ਜ਼ਮੀਨ ਸੀਗੀ ਉਹ ਬੰਜਰ ਜ਼ਮੀਨ ਸੀ ਕਿਸਮ ਦੀ। ਮੈਨੂੰ ਚੇਤਾ ਕਿ ਕਿੱਦਾਂ ਮੇਰੇ ਫਾਦਰ ਸਾਹਿਬ ਨੇ, ਮੇਰੇ ਡੈਡੀ ਹੁਣੀ, ਕਿੱਦਾਂ ਉਹ ਮਲੇ ਪੱਟ ਕੇ, ਕਿੱਦਾਂ ਉਹ ਝਾੜ ਬੂਝੇ ਪੱਟ ਕੇ ਖੇਤ ਲੈਵਲ ਕਰਾਏ, ਕਿੱਦਾਂ ਖਰਚਾ ਕਰ ਕਰਕੇ ਉਹ ਖੇਤ ਲੈਵਲ ਕਰਾਏ। ਛੋਟੇ ਹੁੰਦੇ ਦਾ ਇੱਕ ਤਮਾ ਸੀ ਕਿ ਜੇ ਮੇਰੇ ਫਾਦਰ ਸਾਹਿਬ, ਮੇਰੇ ਡੈਡੀ ਹੁਣੀ ਇੰਨੀ ਮਿਹਨਤ ਕਰਦੇ ਆ ਤਾਂ ਅਸੀਂ ਵੀ ਨਾਲ ਕੁਝ ਨਾ ਕੋਈ ਹੱਥ ਪੱਲਾ ਫੜਾਈਏ। ਕਰਦਾ ਰਿਹਾ, ਮਿਹਨਤ ਵੀ ਕਰਦਾ ਰਿਹਾ ਨਿੱਕਾ ਹੁੰਦਾ। ਤੁਸੀਂ ਯਕੀਨ ਕਰੋ, ਕੜਾਕੇ ਦੀ ਧੁੱਪ ਹੋਣੀ ਉਹਨਾਂ ਦਿਨਾਂ ਦੇ ਵਿੱਚ, 45-50 ਡਿਗਰੀ ਟੈਂਪਰੇਚਰ ਹੁੰਦਾ ਸੀ ਜਦੋਂ ਖੇਤਾਂ 'ਚ ਕੰਮ ਕਰੀਦਾ ਸੀ। ਸਿਆਲਾਂ ਨੂੰ ਕੋਰਾ ਜੰਮਿਆ ਹੋਣਾ ਪੱਠਿਆਂ ਦੇ ਉੱਪਰ, ਚਟਾਲਾ ਜਿਹਨੂੰ ਕਹਿੰਦੇ ਆ, ਜੰਮੇ ਪੱਠੇ ਕੋਰੇ ਦੇ ਨਾਲ ਉਹ ਵੱਢਣੇ, ਪਤਾ ਵੀ ਲੱਗਣਾ ਕਦੋਂ ਦਾਤੀ ਦੇ ਨਾਲ ਉਂਗਲੀ ਵੱਢ ਹੋ ਗਈ, ਉਦੋਂ ਪਤਾ ਲੱਗਣਾ ਜਦੋਂ ਪੱਠਿਆਂ ਦੇ ਉੱਪਰ ਖੂਨ ਲੱਗਾ ਦਿਖਣਾ। ਇਹੋ ਜਿਹੇ ਹਾਲਾਤ ਸੀਗੇ ਉਸ ਟਾਈਮ 'ਤੇ। ਫਿਰ ਬਾਗ ਸਾਡੇ ਕੋਲ ਅਮਰੂਦਾਂ ਦਾ ਸੀਗਾ। ਪਹਿਲਾਂ ਬਾਗ ਦੀ ਤਾਂ ਸੀ 3000-3500 ਰੁਪਈਆ ਸਾਲ ਦਾ ਠੇਕਾ। ਉਹਨਾਂ ਦਿਨਾਂ ਵਿੱਚ 3000-3500 ਬਹੁਤ ਹੁੰਦਾ ਸੀ। ਜਿਹੜੇ ਬੰਦੇ ਨੂੰ ਠੇਕਾ ਦੇਈਦਾ ਸੀਗਾ ਉਹ ਉੱਥੋਂ ਅਮਰੂਦ ਤੋੜ ਕੇ ਉੱਥੇ ਸੜਕ 'ਤੇ ਉਹ ਵੇਚ ਲੈਂਦਾ ਸੀ। ਮਤਲਬ 3500 ਦਾ ਠੇਕਾ ਲੈ ਕੇ ਸਾਡੇ ਸਾਹਮਣੇ ਉਹਨੇ 8-10 ਹਜ਼ਾਰ ਦੇ ਅਮਰੂਦ ਵੇਚ ਲੈਣੇ। ਮੇਰੇ ਦਿਮਾਗ ਵਿੱਚ ਆਈ ਕਿ ਜੇ ਉਹ ਵੇਚ ਸਕਦਾ ਤਾਂ ਆਪਾਂ ਕਾਹਤੇ ਨਹੀਂ ਵੇਚ ਸਕਦੇ। ਮੈਂ ਤਾਂ ਮੇਰੇ ਡੈਡੀ ਹੁਣੀ ਸਲਾਹ ਕੀਤੀ ਵੀ ਕਿਉਂ ਨਾ ਇਹ ਆਪਾਂ ਅਮਰੂਦ ਆਪ ਵੇਚਿਆ ਕਰੀ। ਮੈਂ ਬਹੁਤ ਛੋਟਾ ਸੀਗਾ, 8-9 ਸਾਲ ਦਾ ਹੋਣਾ ਮੈਂ ਸੀ। ਮੈਨੂੰ ਯਕੀਨ ਆ, ਮੈਂ ਸੜਕ 'ਤੇ ਬੈਠ ਕੇ ਮੇਰੇ ਡੈਡੀ ਹੁਣੀ ਅਮਰੂਦ ਤੋੜ ਕੇ ਦੇਈ ਜਾਣੇ, ਮੈਂ ਵੇਚੀ ਜਾਣੇ। ਮੰਜਾ ਭਰ ਲੈਣਾ, ਤੱਕੜੀ ਕੋਲ ਰੱਖ ਲੈਣੀ, ਬੱਟੇ ਕੋਲ ਰੱਖ ਲੈਣੇ, ਵੇਚੀ ਜਾਣੇ। ਉਹਨਾਂ ਦਿਨਾਂ ਦੇ ਵਿੱਚ ਮੈਨੂੰ ਯਾਦ ਹੈ ਕਿ 5 ਤੋਂ ਲੈ ਕੇ 8 ਰੁਪਏ ਦੇ ਕਿਲੋ ਵਿੱਚ, 8 ਰੁਪਏ ਦੇ ਵਿੱਚ ਕਿਲੋ ਅਮਰੂਦ ਹੁੰਦੇ ਸੀਗੇ। 4, 5, 7, 8 ਇੱਦਾਂ ਹੁੰਦੇ ਸੀ ਅਮਰੂਦ ਕਿਲੋ। ਅਤੇ ਉਹਨਾਂ ਦਿਨਾਂ ਵਿੱਚ ਮੈਂ ਦਿਹਾੜੀ ਦਾ 1000-1200 ਰੁਪਈਆ ਕਮਾ ਲੈਂਦਾ ਸੀ। ਦੋ ਚੀਜ਼ਾਂ ਸੀਗੀਆਂ ਉਹਦੇ ਪਿੱਛੇ, ਇੱਕ ਤਾਂ ਮਿਹਨਤ ਕਰਨੀ ਜ਼ਰੂਰੀ ਸੀਗੀ, ਇੱਕ ਦੂਸਰਾ ਇਹ ਸੀਗਾ ਪੈਸੇ ਘਰ ਨੂੰ ਆਉਂਦੇ ਸੀ। ਮੇਨ ਗੱਲ ਸੀ ਕਿ ਜਦੋਂ ਮੈਂ ਸਕੂਲੇ ਜਾਂਦਾ ਸੀ ਸਵੇਰ ਨੂੰ, 2-4 ਰੁਪਈਏ ਮੈਨੂੰ ਮਿਲ ਜਾਂਦੇ ਸੀ ਮੇਰੇ ਡੈਡੀ ਹੋਣਾ ਕੋਲ। 2-4-5 ਰੁਪਈਏ ਬਹੁਤ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ। ਉਹ 5 ਰੁਪਏ ਦੇ ਲਾਲਚ ਦੇ ਵਿੱਚ ਮੈਂ ਸਾਰੀ ਦਿਹਾੜੀ ਸਵੇਰ ਤੋਂ 8-9 ਵਜੇ ਤੋਂ ਲੈ ਕੇ ਰਾਤ ਦੇ 7-8 ਵਜੇ ਤੱਕ ਅਮਰੂਦ ਵੇਚੀ ਜਾਣੇ। ਇੱਦਾਂ ਸਿਆਲਾਂ ਨੂੰ, ਇੱਦਾਂ ਗਰਮੀਆਂ ਨੂੰ। ਸਿਆਲਾਂ ਨੂੰ ਇੰਨਾ ਦੁਖੀ ਹੋਣਾ ਕਿ ਉੱਥੋਂ ਬੱਸਾਂ ਲੰਘਣੀਆਂ ਸੜਕ ਤੋਂ, ਉੱਪਰੋਂ ਕੋਰਾ ਪਿਆ ਹੋਣਾ, ਠੰਡ ਬੁਰਾ ਹਾਲ ਹੋਣਾ, ਠੰਡ ਹੋਰ ਲੱਗਣੀ। ਯਕੀਨ ਕਰੋ ਕਿ ਮੈਨੂੰ ਸੜਕ ਤੋਂ ਸਾਰੇ ਲੰਘਣ ਵਾਲੇ ਲੋਕ ਜਾਣਦੇ ਹੁੰਦੇ ਸੀ, ਬਾਏ ਫੇਸ, ਗੱਲਾਂ ਬਾਤੀ। ਜਿਹਨੇ ਲੋਕ ਫੈਕਟਰੀਆਂ ਨੂੰ, ਸਾਈਕਲਾਂ 'ਤੇ ਫੈਕਟਰੀਆਂ ਨੂੰ ਜਾਂਦੇ ਸੀ ਕੰਮ, ਜਲੰਧਰ ਨੂੰ, ਉਹ ਸਾਰੇ ਬੁਲਾ ਕੇ ਲੰਘਦੇ। ਮੈਨੂੰ ਇਕੱਲੇ ਦੀ ਸ਼ਕਲ ਅਜੇ ਵੀ ਯਾਦ ਹੈਗੀ ਆ। ਉਹਦੇ ਨਾਲ ਇੱਕ ਗੱਲ ਹੋਰ ਛੋਟੇ ਹੁੰਦੇ ਨੇ ਸਿੱਖਿਆ ਸੀਗਾ ਕਿ ਪੜ੍ਹਨਾ ਬਹੁਤ ਜ਼ਰੂਰੀ ਆ। ਉਹ ਇੱਦਾਂ ਸਿੱਖਿਆ ਸੀ ਵੀ ਮੇਰੇ ਚਾਚਾ ਜੀ ਹੁਣੀ, ਚਾਚਾ ਸਤਰਾਮ ਹੁਣੀ ਮੇਰੇ, ਇੱਕ ਉਹ ਅਤੇ ਇੱਕ ਮੇਰੇ ਚਾਚਾ ਜੀ ਓਂਕਾਰ ਨਾਥ, ਅੱਜ ਕੱਲ੍ਹ ਉਹ ਰਿਟਾਇਰ ਹੋਏ, IAS ਰਿਟਾਇਰ ਹੋਏ ਆ। ਉਹ ਦੋਨੋਂ ਪੜ੍ਹਦੇ ਹੁੰਦੇ ਸੀ, ਦੋਨੋਂ ਉਹ ਕਰਦੇ ਸੀ IAS ਦੀ ਤਿਆਰੀ।
ਅਤੇ ਮੈਂ ਉਹਨਾਂ ਦੇ ਕੋਲ ਰਹਿੰਦਾ ਹੁੰਦਾ ਸੀ, ਰਾਤ ਨੂੰ ਵੀ ਉਹਨਾਂ ਦੇ ਕੋਲ ਰਹਿਣਾ, ਦਿਨ ਨੂੰ ਵੀ। ਤਾਂ ਮੈਂ ਸੋਚਣਾ ਕਿ ਇੰਨੀ ਪੜ੍ਹਾਈ ਕਰਦੇ ਆ, ਕਿਉਂ ਕਰਦੇ, ਕਾਹਦੇ ਲਈ ਕਰਦੇ। ਬਸ ਇੰਨੀ ਗੱਲ ਮੈਨੂੰ ਸਮਝ ਆਉਂਦੀ ਸੀ ਕਿ ਉਹ ਕਹਿੰਦੇ ਹੁੰਦੇ ਸੀ DC ਬਣਨਾ ਅਸੀਂ। ਮੇਰੇ ਵੀ ਦਿਮਾਗ 'ਚ ਗੱਲ ਉਹ ਬਹਿ ਗਈ ਕਿ DC ਬਣਨਾ ਬਸ। ਛੋਟੇ ਹੁੰਦੇ ਜਦੋਂ ਕਿਸੇ ਨੇ ਪੁੱਛਣਾ ਕੀ ਬਣਨਾ ਗੋਲਡੀ, ਕੀ ਬਣਨਾ, ਮੈਂ ਕਹਿਣਾ DC ਬਣਨਾ। ਪੜ੍ਹ ਕੇ ਕੀ ਲੱਗਣਾ, DC ਲੱਗਣਾ। ਇੱਕ ਹੀ ਗੱਲ ਮੈਨੂੰ ਆਉਂਦੀ ਸੀ, DC ਲੱਗਣਾ ਬਸ। ਪਤਾ ਕੁਛ ਨਹੀਂ DC ਬਣਦੇ ਕਿੱਦਾਂ ਆ। ਪਰ ਛੋਟੇ ਹੁੰਦੇ ਤੋਂ ਇੱਕ ਤਮਾ ਲੱਗ ਗਈ ਕਿ ਪੜ੍ਹਨਾ ਵੀ ਆ, DC ਵੀ ਬਣਨਾ। ਸਾਡੇ ਘਰ ਦੇ ਵਿੱਚ ਮੇਰਾ ਕਮਰਾ ਉੱਪਰ ਹੁੰਦਾ ਸੀਗਾ, ਚੁਬਾਰਾ ਜਿਹਨੂੰ ਕਹਿੰਦੇ ਸੀ, ਚੁਬਾਰਾ। ਪੱਕੇ ਮਕਾਨ ਅਸੀਂ 80s ਦੇ ਵਿੱਚ ਪਾਏ ਆ। ਉਸ ਤੋਂ ਪਹਿਲਾਂ ਕੱਚੇ ਮਕਾਨ ਹੁੰਦੇ ਸੀਗੇ। ਕੱਚੇ ਵੀ ਇੱਦਾਂ ਦੇ ਸੀਗੇ, ਪਸ਼ੂ ਵਿੱਚੇ ਹੋਣੇ, ਵਿੱਚੇ ਅਸੀਂ ਹੋਣਾ। ਪਰ ਸਾਡੀ ਮਾਤਾ ਨੇ ਬਹੁਤ 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 ਮਿਹਨਤ ਕੀਤੀ। ਮੇਰੇ ਫਾਦਰ ਸਾਹਿਬ ਨੇ ਬਹੁਤ ਮਿਹਨਤ ਕੀਤੀ, ਮੇਰੇ ਮੰਮੀ ਹੁਣੀ ਬਹੁਤ ਮਿਹਨਤ ਕੀਤੀ। ਉਹਨਾਂ ਨੂੰ ਇੱਕ ਸ਼ੌਂਕ ਹੁੰਦਾ ਸੀ ਕਿ ਬੱਚਿਆਂ ਨੂੰ ਸਾਫ਼ ਸੁਥਰੇ ਰੱਖੀਏ, ਇਹਨਾਂ ਨੂੰ ਪੜ੍ਹਾਈ ਜ਼ਰੂਰ ਕਰਾਉਣੀ। ਸੋ ਪੜ੍ਹਨ ਲੱਗ ਗਏ। ਪੜ੍ਹਾਈ ਦੇ ਟਾਈਮ 'ਤੇ ਇੰਨਾ ਕੁਝ ਦੇਖਣ ਨੂੰ ਮਿਲਿਆ। ਪਹਿਲੀ ਗੱਲ ਤਾਂ ਜਾਤ ਪਾਤ, ਮੈਂ ਨਿੱਕੇ ਹੁੰਦੇ ਤੋਂ ਸਿੱਖਿਆ ਕਿ ਜਾਤ ਪਾਤ ਬਹੁਤ ਮਾੜੀ ਚੀਜ਼ ਹੈ ਇੰਡੀਆ ਦੇ ਵਿੱਚ। ਚਾਹੇ ਉਹ ਧਰਮ ਲਾ ਲਓ, ਚਾਹੇ ਜਾਤ ਪਾਤ ਲਾ ਲਓ, ਬਹੁਤ ਔਖਾ ਕਰਦੀ ਬੰਦੇ ਨੂੰ। ਸਪੈਸ਼ਲੀ ਇੰਡੀਆ ਦੇ ਵਿੱਚ ਤੁਹਾਨੂੰ ਜੀਣਾ ਹਰਾਮ ਕਰ ਦਿੰਦੇ ਲੋਕ। ਬਹੁਤ ਵਾਰੀ ਮੈਨੂੰ ਸੁਣਨਾ ਪਿਆ ਇਹ ਗੱਲ, ਇਹ ਤਾਂ ਇਹ ਆ, ਇਹ ਤਾਂ ਉਹ ਆ, ਇਹ 'ਚ ਮਾਰ ਆ, ਜੇ ਹੈ ਉਹ ਹੈ। ਉਦੋਂ ਤੋਂ ਇਹ ਗੱਲ ਦਿਮਾਗ 'ਚ ਬਹਿ ਗਈ ਸੀਗੀ। ਜਦੋਂ ਕਿਤੇ ਟਾਈਮ ਲੱਗਾ, ਇਹ ਚੀਜ਼ਾਂ ਦੇ ਖਿਲਾਫ ਆਵਾਜ਼ ਜ਼ਰੂਰ ਚੱਕਣੀ ਆਪਾਂ, ਜੋ ਮਰਜ਼ੀ ਹੋਵੇ। ਜਦੋਂ ਇਹ ਚੀਜ਼ਾਂ ਕਾਲਜ ਜਾ ਕੇ ਵੀ ਦੇਖੀਆਂ ਤਾਂ ਬੜਾ ਦੁੱਖ ਲੱਗਾ। ਕਾਲਜ ਟਾਈਮ ਤੋਂ ਇਹਨਾਂ ਗੱਲਾਂ ਖਿਲਾਫ ਆਪਾਂ ਆਵਾਜ਼ ਚੁੱਕਣੀ ਸ਼ੁਰੂ ਕਰਤੀ ਸੀ। ਪਰ ਹੱਦ ਉਦੋਂ ਹੋ ਗਈ ਜਦੋਂ ਮੈਂ ਇੰਗਲੈਂਡ ਆ ਕੇ ਇਹ ਚੀਜ਼ ਦੇਖੀ। ਇੰਗਲੈਂਡ ਵਿੱਚ ਵੀ ਬੰਦੇ ਜਾਤ ਪਾਤ ਦੀ ਇੰਨੀ ਨਫ਼ਰਤ ਕਰਦੇ, ਇੰਨਾ ਭੇਦਭਾਵ ਕਰਦੇ, ਬਹੁਤ ਔਖਾ ਕੰਮ ਬਈ। ਇੱਥੇ ਵੀ ਆਪਾਂ ਕਾਸਟ ਵਾਲਾ ਜਿਹੜਾ ਬਿੱਲ UK ਵਿੱਚ ਪੇਸ਼ ਹੋਇਆ ਸੀਗਾ, ਪਾਸ ਹੋਇਆ, ਉਹਦੇ ਲਈ ਬਹੁਤ ਕੰਮ ਕੀਤਾ, ਉਹਦੇ ਲਈ ਬਹੁਤ ਮਿਹਨਤ ਕੀਤੀ ਸਾਰਿਆਂ ਨਾਲ। ਪਰ ਦੁੱਖ ਦੀ ਗੱਲ ਫੇਰ ਕਿ ਪਾਸ ਉਹ ਹੋ ਗਿਆ, ਪਰ ਅਜੇ ਤੱਕ ਵੀ ਲਾਗੂ ਹੋਇਆ ਨਹੀਂ। ਕਿਉਂਕਿ ਕੁਛ ਜਿਹੜੇ ਉੱਚੀਆਂ ਜਾਤਾਂ ਵਾਲੇ, ਚਾਹੇ ਉਹ ਹਿੰਦੂ ਹੋਣ, ਚਾਹੇ ਉਹ ਸਿੱਖ ਉੱਚੀ ਜਾਤ ਵਾਲੇ ਲੋਕ ਹੋਣ, ਉਹਨੇ ਇਸ ਚੀਜ਼ ਨੂੰ ਲਾਗੂ ਹੋਣ ਨਹੀਂ ਦਿੱਤਾ। ਫਿਰ ਬੜਾ ਦੁੱਖ ਲੱਗਾ ਕਿ ਯਾਰ ਇੰਨੀ ਦੂਰੋਂ ਅਸੀਂ ਆ ਗਏ, ਇਹ ਲੋਕ ਕਿੰਨੀ ਦੂਰ ਆਏ ਹੋਏ, ਜਾਤ ਪਾਤ ਹਜੇ ਵੀ ਇੱਥੇ ਚੱਲੀ ਜਾਂਦੀ ਕਾਹਤੇ। ਚਲੋ ਇਹਨਾਂ ਗੱਲਾਂ ਨੂੰ ਛੱਡਦੇ ਹਾਂ। ਜਿਹੜੀ ਮੇਨ ਪੁਆਇੰਟ ਇਹ ਕਰਦਾ, ਜਦੋਂ ਮੈਂ BA ਕੀਤੀ, ਉਹਦੇ ਨਾਲ ਨਾਲ ਆਪਾਂ NCC ਕੈਡਟ ਵੀ ਰਿਹਾ, NSS ਵੀ ਜੁਆਇਨ ਕੀਤੀ, ਬੜੀਆਂ ਸਾਰੀਆਂ ਆਪਾਂ ਸੋਸ਼ਲ ਐਕਟੀਵਿਟੀਜ਼ ਕਰਦੇ ਰਹੇ। BA ਵਿੱਚ ਇੱਕ ਵਾਰੀ ਮੇਰੀ ਕੰਪਾਰਟਮੈਂਟ ਆ ਗਈ, ਇੱਕ ਵਾਰੀ ਮੈਂ ਇੱਕ ਸਬਜੈਕਟ 'ਚੋਂ ਫੇਲ ਹੋ ਗਿਆ। BA ਪਾਰਟ 1 ਦੇ ਵਿੱਚ ਪਹਿਲੀ ਵਾਰੀ ਮੈਂ ਇੱਕ ਸਬਜੈਕਟ 'ਚੋਂ ਫੇਲ ਹੋ ਗਿਆ। ਬਹੁਤ ਦੁੱਖ ਲੱਗਾ ਮੈਨੂੰ ਕਿ ਮੈਂ ਫੇਲ ਕਿੱਦਾਂ ਹੋ ਗਿਆ। ਅਸਲੀ ਕਾਰਨ ਘਰ ਦਾ ਕੰਮ ਜ਼ਿਆਦਾ ਸੀ, ਖੇਤੀ ਦਾ, ਉਹ ਸੀਗਾ। ਪਰ ਉਦੋਂ ਇੱਕ ਮਨ ਬਣਾ ਲਿਆ ਸੀ ਮੈਂ, ਜਿੱਦਣ ਮੈਂ ਫੇਲ ਹੋਇਆ, ਕਿ ਉਹ ਕੰਪਾਰਟਮੈਂਟ ਦਾ ਟੈਸਟ ਪੇਪਰ ਨਹੀਂ, ਰੀਟੈਸਟ ਨਹੀਂ ਦੇਣਾ, ਗ੍ਰੈਜੂਏਸ਼ਨ ਦੁਬਾਰਾ ਕਰਨੀ, ਗ੍ਰੈਜੂਏਸ਼ਨ ਨਹੀਂ ਇਕੱਲੀ ਕਰਨੀ, ਪੋਸਟ ਗ੍ਰੈਜੂਏਸ਼ਨ ਵੀ ਕਰਨੀ ਆ ਬਾਅਦ 'ਚ। ਔਰ ਉਹ ਜਿੱਦ ਦੇ ਕਰਕੇ ਮੈਂ MA ਪੋਲੀਟੀਕਲ ਸਾਇੰਸ ਪਹਿਲਾਂ ਕੀਤੀ। MA ਪੋਲੀਟੀਕਲ ਸਾਇੰਸ ਕਰਨ ਤੋਂ ਬਾਅਦ ਮੈਂ IAS ਦੀ ਤਿਆਰੀ ਕਰਨ ਲੱਗ ਗਿਆ। ਬਹੁਤ ਤਿਆਰੀ ਕੀਤੀ, ਬਹੁਤ ਪੜ੍ਹਾਈ ਕੀਤੀ। ਅਨਫੋਰਚੂਨੇਟਲੀ ਘਰ ਦੇ ਖੇਤੀ ਦੇ ਕੰਮ ਕਰਕੇ ਇੰਨਾ ਟਾਈਮ ਮਿਲਦਾ ਨਹੀਂ ਸੀ ਪੜ੍ਹਨੇ ਨੂੰ, ਪਰ ਜਿੰਨਾ ਵੀ ਪੜ੍ਹ ਸਕਿਆ ਮੈਂ ਪੜ੍ਹਿਆ ਜ਼ਰੂਰ। ਚਲੋ ਨਹੀਂ ਕਲੀਅਰ ਹੋਈ, ਉਹ ਵੱਖਰੀ ਗੱਲ ਆ, ਪਰ ਹਿੰਮਤ ਫੇਰ ਨਹੀਂ ਛੱਡੀ। ਸੋਚ ਉਹੀ ਸੀ ਕਿ ਸਮਾਜ ਲਈ ਕੁਛ ਕਰਨਾ ਆ।
ਫਿਰ ਮੈਨੂੰ ਵਧੀਆ ਲੱਗਦਾ ਸੀਗਾ ਜਿਹੜੇ ਜਰਨਲਿਸਟ ਲੋਕੀ ਜਿਹੜੇ ਟੀਵੀ 'ਤੇ ਕੰਮ ਕਰਦੇ ਜਾਂ ਪੇਪਰਾਂ 'ਚ ਕੰਮ ਕਰਦੇ ਜਰਨਲਿਸਟ ਲੋਕ, ਕਿ ਉਹ ਮੈਨੂੰ ਇਹਨਾਂ ਦਾ ਪ੍ਰੋਫੈਸ਼ਨ ਵਧੀਆ ਬਹੁਤ ਲੱਗਦਾ ਸੀ। ਸਪੈਸ਼ਲੀ ਜਦੋਂ ਦੋਬਾ ਕਾਲਜ ਪੜ੍ਹਦੇ ਸੀਗੇ, ਪਹਿਲਾਂ ਜਰਨਲਿਜ਼ਮ ਡਿਪਾਰਟਮੈਂਟ ਦੋਬਾ ਕਾਲਜ ਸ਼ੁਰੂ ਹੋਇਆ ਸੀ ਯੂਨੀਵਰਸਿਟੀ ਵੱਲੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ। ਉਸ ਟਾਈਮ ਦੇ ਜਿਹੜੇ ਸਟੂਡੈਂਟ ਸੀਗੇ ਸਾਡੇ, ਉਹਨਾਂ ਦੀ ਟੌਰ ਵਧੀਆ ਲੱਗਣੀ, ਕਿ ਉਹ ਗੱਲਬਾਤ ਦਾ ਤਰੀਕਾ, ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ, ਉਹਨਾਂ ਦਾ ਗੱਲਬਾਤ, ਉਹਨਾਂ ਤੋਰ ਸ਼ੋਰ, ਉਹਨਾਂ ਸਭ ਕੁਛ ਵਧੀਆ ਲੱਗਦਾ ਸੀ, ਕਿ ਇੱਕ ਕਲਾਸ ਸਿਸਟਮ ਚੱਲ ਲੱਗਦਾ ਸੀ ਮੈਨੂੰ ਆਪਣੇ ਆਪ ਨੂੰ, ਵੀ ਵਧੀਆ ਲੱਗਦਾ ਸੀ ਉਹ ਸਾਰਾ ਕੁਛ। ਤਾਂ ਮੈਂ ਡਿਸਾਈਡ ਕੀਤਾ ਕਿ ਨਹੀਂ, ਆਪਾਂ ਹੁਣ ਜਰਨਲਿਜ਼ਮ ਕਰਨੀ ਆ, ਜੋ ਮਰਜ਼ੀ ਹੋ ਜਾਏ। ਭਾਵੇਂ ਕਿ ਉਹ ਸਾਰੀ ਜਿਹੜੀ ਕਲਾਸ ਸੀਗੀ, ਜਿਹੜਾ ਉਹ ਸਟੂਡੈਂਟ ਸੀਗੇ, ਉਹ ਸਾਰੇ ਬਹੁਤ ਵੱਡੇ ਵੱਡੇ ਘਰਾਂ ਤੋਂ ਸੀਗੇ ਜਾਂ ਬਹੁਤ ਵਧੀਆ ਬੈਕਗਰਾਊਂਡ ਵਾਲੇ ਸੀਗੇ ਸਾਰੇ, ਪਰ ਮਨ ਵਿੱਚ ਧਾਰ ਲਿਆ ਸੀ ਕਿ ਨਹੀਂ, ਇਹ ਕੰਮ ਕਰਨਾ ਜ਼ਰੂਰ ਆ। ਇੱਕ ਚੀਜ਼ ਮੇਰੇ ਹੋਰ ਮਾਈਂਡ ਵਿੱਚ ਸੇਮ ਟਾਈਮ ਚੱਲਦੀ ਸੀ, ਜਾਂ ਫਿਰ ਮੈਂ ਕਰਨੀ ਆ ਲੋ ਜਾਂ ਕਰਨੀ ਜਰਨਲਿਜ਼ਮ, ਅਤੇ ਦੋਨਾਂ ਦਾ ਮੈਂ ਐਂਟਰੈਂਸ ਟੈਸਟ ਦਿੱਤਾ, ਲੋ ਦਾ ਵੀ ਦਿੱਤਾ ਅਤੇ ਜਰਨਲਿਜ਼ਮ ਦਾ ਵੀ ਦਿੱਤਾ। ਦੋਨੇ ਟੈਸਟ ਮੇਰੇ ਕਲੀਅਰ ਹੋ ਗਏ। ਕਲੀਅਰ ਹੋਏ ਤਾਂ ਮੈਂ ਜਰਨਲਿਜ਼ਮ ਵੱਲ ਨੂੰ ਚਲ ਗਿਆ, ਜਰਨਲਿਜ਼ਮ ਕੀਤੀ। ਦੋਬਾ ਕਾਲਜ ਤੋਂ ਬਾਅਦ ਸਾਡਾ ਕੈਂਪਸ ਸ਼ਿਫਟ ਹੋ ਕੇ ਲੱਧੇਵਾਲੀ ਜਲੰਧਰ। ਬੇਸ਼ੱਕ ਸਾਰੇ ਇਹ ਜਾਣਦੇ ਹੋਣ ਕਿ ਮੈਂ ਸਿਰਫ ਗੱਲਾਂ ਬਾਤਾਂ ਕਰਦਾ ਸੀ, ਜਾਂ ਖੁਸ਼ ਰਹਿੰਦਾ ਸੀ, ਜਾਂ ਮਜ਼ਾਕ ਕਰਦਾ ਰਹਿੰਦਾ ਸੀਗਾ, ਪਰ ਅਸਲ ਦੇ ਵਿੱਚ ਮੈਂ ਉਸ ਕਨਸੈਪਟ ਨੂੰ ਸਮਝਣ ਦੀ ਟਰਾਈ ਕਰਦਾ, ਹਮੇਸ਼ਾ ਕਰਦਾ ਹਾਂ, ਹੁਣ ਵੀ ਕਰਦਾ, ਪਹਿਲਾਂ ਵੀ ਕਰਦਾ ਸੀ। ਮੈਂ ਹਮੇਸ਼ਾ ਕਹਿੰਦਾ ਪੜ੍ਹਾਈ ਨੂੰ ਸਮਝਣਾ ਜ਼ਰੂਰੀ ਆ, ਪੜ੍ਹਾਈ ਨੂੰ ਪੜ੍ਹਨਾ ਜ਼ਰੂਰੀ ਨਹੀਂ, ਸਮਝਣਾ ਜ਼ਰੂਰੀ ਆ। ਮੈਂ ਸਮਝਦਾ ਸੀਗਾ ਉਸ ਚੀਜ਼ ਨੂੰ। ਚਲੋ ਜਰਨਲਿਜ਼ਮ ਪਾਸ ਕੀਤੀ। ਜਿੱਦਾਂ ਪੰਜਾਬ ਦੇ ਵਿੱਚ ਇੱਕ ਚੱਕਰ ਹੈਗਾ, ਸਾਰੇ ਘਰ ਦੇ ਚਾਹੁੰਦੇ ਕਿ ਸਾਡਾ ਬੱਚਾ ਬਾਹਰ ਜਾਵੇ, ਇੱਦਾਂ ਮੇਰੇ ਘਰ ਦੇ ਵੀ ਚਾਹੁੰਦੇ ਸੀ ਕਿ ਸਾਡਾ ਬੱਚਾ ਬਾਹਰ ਜਾਵੇ, ਬਾਹਰ ਜਾ ਕੇ ਸੈਟਲ ਹੋਵੇ, ਚਲੋ ਘਰ ਦੀ ਹਾਲਾਤ ਕੋਈ ਸੁਧਰਨਗੇ। ਯਕੀਨ ਜਾਣਿਓ, ਮੈਂ ਕਦੀ ਨਹੀਂ ਚਾਹਿਆ ਸੀ ਕਿ ਮੈਂ ਬਾਹਰ ਜਾਵਾਂ, ਵਿਆਹ ਕਰਾ ਕੇ ਬਾਹਰ ਜਾਵਾਂ, ਜਾਂ ਮੈਂ ਉੱਦਾਂ ਬਾਹਰ ਜਾਵਾਂ। ਕਦੀ ਮੈਂ ਪਾਸਪੋਰਟ ਵੀ ਨਹੀਂ ਬਣਾਇਆ ਸੀ। 2004 ਦੇ ਵਿੱਚ ਜਾ ਕੇ 3-4 ਦੇ ਵਿੱਚ ਮੇਰੀ ਮੰਗਣੀ ਹੋ ਗਈ ਇੰਗਲੈਂਡ ਦੇ ਵਿੱਚ, ਐਂਡ ਉੱਥੋਂ ਮੇਰੇ ਦੁੱਖਾਂ ਦੀ ਕਹਾਣੀ ਸ਼ੁਰੂ ਹੁੰਦੀ ਆ। ਅਸਲੀ ਦੁੱਖਾਂ ਦੀ ਕਹਾਣੀ ਉਸ ਵੇਲੇ ਸ਼ੁਰੂ ਹੋਈ ਸੀ ਮੇਰੀ। ਮੰਗਣੀ ਹੋ ਗਈ। ਕਿਸੇ ਨੇ ਦੱਸਿਆ ਵੀ ਜਿਹੜੀ ਮੇਰੀ ਐਕਸ ਵਾਈਫ ਸੀਗੀ, ਜਿਹੜਾ ਮੇਰੀ ਮੰਗਣੀ ਹੋਈ ਸੀ, ਉਹ ਮੇਰੇ ਤੋਂ ਲੁਕੋ ਰੱਖਿਆ ਗਿਆ ਕਿ ਉਹਨੂੰ ਐਪਿਲੈਪਸੀ ਸੀ, ਜਿਹਨੂੰ ਮਿਰਗੀ ਕਹਿੰਦੇ, ਉਹ ਸੀ, ਉਹਨੂੰ ਪ੍ਰੋਬਲਮ, ਬਿਮਾਰੀ ਉਹ ਸੀਗੀ। ਪਰ ਕਿਸੇ ਨੇ ਦੱਸਿਆ ਨਹੀਂ, ਇਸ ਕਰਕੇ ਕਿ ਉਹਦਾ ਵਿਆਹ ਫਿਰ ਰਿਸ਼ਤਾ ਹੋਣਾ ਨਹੀਂ ਸੀ। ਜਦੋਂ ਮੈਨੂੰ ਮੰਗਣੀ ਤੋਂ ਬਾਅਦ ਪਤਾ ਲੱਗਾ ਤਾਂ ਮੈਨੂੰ ਦੁੱਖ ਬਹੁਤ ਲੱਗਾ ਵੀ ਇਹ ਗੱਲ ਦਾ ਲੁਕੋਇਆ ਕਾਹਤੇ ਮੇਰੇ ਤੋਂ। ਤਾਂ ਮੈਂ ਮੰਗਣੀ ਤੋਂ 1 ਸਾਲ ਬਾਅਦ ਮੇਰਾ ਵਿਆਹ ਹੋਇਆ ਸੀਗਾ, ਪਰ ਵਿਆਹ ਹੋਣ ਤੋਂ ਪਹਿਲਾਂ ਪਹਿਲਾਂ ਮੈਨੂੰ ਕਈ ਗੱਲਾਂ, ਕਈ ਪਰਤਾਂ ਖੁੱਲ੍ਹ ਗਈਆਂ। ਹੌਲੀ ਹੌਲੀ ਫਿਰ ਇਹ ਪਤਾ ਲੱਗਾ ਵੀ ਜਿਹੜੀ ਮੇਰੀ ਐਕਸ ਵਾਈਫ ਸੀਗੀ, ਵਿਆਹ ਹੋਣ ਤੋਂ ਪਹਿਲੇ ਮੈਨੂੰ ਪਤਾ ਲੱਗ ਗਿਆ ਕਿ ਉਹਦਾ ਕਿਸੇ ਨਾਲ ਅਫੇਅਰ ਸੀਗਾ ਇੱਥੇ ਇੰਗਲੈਂਡ ਦੇ ਵਿੱਚ। ਸੋਚੋ ਇਹ ਕਿੰਨਾ ਦੁੱਖ ਵਾਲੀ ਗੱਲ ਹੋਊਗੀ, ਮੈਨੂੰ ਕਿੰਨਾ ਫੀਲ ਹੋਇਆ ਹੋਊ। ਪਰ ਫਿਰ ਵੀ ਮੈਂ ਕੋਈ ਇਤਰਾਜ਼ ਨਹੀਂ ਕੀਤਾ। ਮੇਰੀ ਉਹਨਾਂ ਗੱਲ ਹੋਈ ਮੇਰੀ ਐਕਸ ਵਾਈਫ ਦੇ ਨਾਲ। ਮੈਂ ਇਹੀ ਕਿਹਾ ਕਿ ਜੇ ਤੂੰ ਸਹੀ ਦੱਸਤਾ, ਸੱਚ ਦੱਸ ਦਿੱਤਾ, ਕੋਈ ਨਹੀਂ, ਇਟਸ ਫਾਈਨ। ਚਲੋ ਜੀ, ਸਾਡਾ ਵਿਆਹ ਹੋ ਗਿਆ 2004 ਦੇ ਵਿੱਚ। 2005 ਦੇ ਵਿੱਚ ਮੈਂ ਇੰਗਲੈਂਡ 'ਚ ਆ ਗਿਆ। ਪਰ ਜੋ ਮੇਰੇ ਨਾਲ ਇੰਗਲੈਂਡ ਆ ਕੇ ਹੋਇਆ, ਉਹ ਰਹੀ ਰੱਬ ਦਾ ਨਾਮ ਬਸ। ਇੱਥੇ ਆ ਕੇ ਮੈਨੂੰ ਬਹੁਤ ਲੋਕਾਂ ਦੇ ਤਾਨੇ ਸੁਣਨੇ ਪਏ, ਬਹੁਤ ਤਾਨੇ ਸੁਣਨੇ ਪਏ ਮੈਨੂੰ। ਉਹਨੂੰ ਛੱਡੋ ਤੁਸੀਂ, 6 ਮਹੀਨੇ ਕੰਮ ਨਾ ਮਿਲਿਆ। ਕੰਮ ਮਿਲਿਆ
ਉਹ ਵੀ ਚਿਕਨ ਫੈਕਟਰੀ ਦੇ ਵਿੱਚ ਕੰਮ ਮਿਲਿਆ ਐਜ਼ ਏ ਵਰਕਰ। ਅਤੇ ਉੱਥੇ ਇੰਨੀ ਐਕਸਪਲਾਈਟੇਸ਼ਨ ਹੁੰਦੀ ਸੀਗੀ ਇੱਕ ਵਰਕਰ ਦੀ, ਰਹੇ ਰੱਬ ਦਾ ਨਾਂ। ਪਰ ਦਿਲ ਛੱਡਿਆ ਨਹੀਂ, ਭਾਵੇਂ ਜਿੱਦਾਂ ਮਰਜ਼ੀ ਸੀ ਉਹ ਕੰਪਨੀ, ਉਹਦੇ ਵਿੱਚ ਆਪਾਂ ਪ੍ਰੋਗਰੈਸ ਕੀਤੀ। 1 ਸਾਲ ਦੇ ਵਿੱਚ ਵਿੱਚ ਮੈਨੇਜਰ ਲੈਵਲ ਤੱਕ ਪਹੁੰਚੇ, ਪੜ੍ਹਾਈ ਵੀ ਨਾਲ ਕਰੀ ਗਿਆ। ਪਰਮਾਤਮਾ ਨੇ ਮੁੰਡੇ ਦੀ ਦਾਤ ਬਖਸ਼ੀ, ਬੱਚੇ ਦੀ 2006 ਦੇ ਵਿੱਚ। ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਆ। ਪਰ ਗੱਲ ਕੀ, ਜਿਹੜੀ ਮੇਰੀ ਐਕਸ ਵਾਈਫ ਸੀਗੀ, ਨਾ ਉਹਨੇ ਘਰ ਦਾ ਕੰਮ ਕਰਨਾ, ਨਾ ਉਹਨੇ ਕੋਈ ਬਾਹਰ ਕੰਮ ਕੋਈ ਜੋਬ ਕੀਤੀ। ਬੜਾ ਜ਼ੋਰ ਲਾਉਣਾ ਕਿ ਜੋਬ ਕਰ ਲਾ, ਜੋਬ ਕਰ ਲਾ, ਬਹੁਤ ਔਖਾ, ਘਰ ਦਾ ਖਰਚਾ ਬਹੁਤ ਜ਼ਿਆਦਾ ਆ। ਪਰ ਨਹੀਂ, ਜੋਬ ਕੀਤੀ ਨਹੀਂ, ਨਾ ਉਹਨੇ ਘਰ ਦਾ ਕੰਮ ਕਰਨਾ। ਤੁਸੀਂ ਯਕੀਨ ਕਰੋ, ਮੈਂ ਸਵੇਰ ਨੂੰ ਆਪਣੇ ਬੱਚੇ ਨੂੰ, ਮੁੰਡੇ ਨੂੰ ਤਿਆਰ ਕਰਕੇ ਸਕੂਲੇ ਛੱਡ ਕੇ ਫਿਰ ਮੈਂ ਕੰਮ 'ਤੇ ਜਾਣਾ। ਕੰਮ ਤੋਂ ਆ ਕੇ ਰਾਤ ਨੂੰ ਫਿਰ ਉਹਨੂੰ ਮੈਂ ਖਾਣ ਨੂੰ ਵੀ ਬਣਾ ਕੇ ਦੇਣਾ, ਆਪਣੇ ਲਈ ਖਾਣ ਨੂੰ ਬਣਾਉਣਾ। ਰਾਤ ਨੂੰ 11 ਵਜੇ 12-1 ਵਜੇ ਸੌਣਾ। ਸਵੇਰ ਨੂੰ ਉੱਠ ਕੇ ਫਿਰ ਮੁੰਡੇ ਨੂੰ ਨਹਾਉਣਾ ਧੋਣਾ, ਉਹਨੂੰ ਮੁੰਡੇ ਨੂੰ ਆਪ ਮੈਂ ਨਹਾ ਧਲਾ ਕੇ ਉਹਨੂੰ ਬ੍ਰੇਕਫਾਸਟ ਦੇਣਾ, ਆਪ ਖਾਣਾ। ਫਿਰ ਉਹਦਾ ਸਕੂਲ ਦਾ ਟਾਈਮ ਹੋ ਜਾਣਾ, ਸਕੂਲ ਛੱਡਣਾ, ਸਕੂਲ ਤੋਂ ਪਿਕਅਪ ਕਰਨਾ ਜੇ ਛੁੱਟੀ ਹੋਣੀ ਤਾਂ ਮੈਨੂੰ ਕੰਮ ਤੋਂ। ਮਤਲਬ ਇੰਨਾ ਔਖਾ ਲਾਈਫ ਹੋ ਗਈ ਸੀ, ਇੰਨੀ ਔਖੀ ਜ਼ਿਆਦਾ ਹੋ ਗਈ ਸੀਗੀ ਕਿ ਬੰਦਾ ਕਵੇ ਨਾ ਸੁਸਾਈਡ ਕਰ ਲਵਾਂ, ਇੱਦਾਂ ਦੇ ਹਾਲਾਤ ਹੋ ਗਏ ਸੀ ਉਸ ਟਾਈਮ ਮੇਰੇ। ਪਰ ਹਿੰਮਤ ਫੇਰ ਨਹੀਂ ਹਾਰੀ। ਮੈਂ ਕਿਹਾ ਨਹੀਂ, ਕੋਈ ਗੱਲ ਨਹੀਂ, ਹੋ ਜੂ ਠੀਕ, ਸਾਰਾ ਕੁਛ ਹੋ ਜੂ ਠੀਕ। ਪਰ ਜਦੋਂ ਅਸੀਂ ਇਹ ਕਹਿੰਦੇ ਨਾ ਹੋ ਜੂ ਠੀਕ, ਹੁੰਦਾ ਠੀਕ ਕੁਛ ਨਹੀਂ। ਜਿਹੜਾ ਬੰਦਾ ਗਲਤ ਕਰਦਾ ਉਹਨੇ ਗਲਤ ਕਰੀ ਜਾਣਾ, ਜਿਹੜਾ ਸਹੀ ਕਰਦਾ ਉਹ ਜਿੰਨਾ ਮਰਜ਼ੀ ਸਹੀ ਕਰ ਲਵੇ, ਉਹਨੂੰ ਅਗਲੇ ਗਲਤੀ ਬਣਾਉਂਦੇ ਰਹਿੰਦੇ ਹਮੇਸ਼ਾ ਹੀ। ਲਓ ਜੀ, ਘਰ ਦਾ ਝਗੜਾ ਵੱਧਦਾ ਇਹਨਾਂ ਗੱਲਾਂ ਤੋਂ ਵੱਧਦਾ ਗਿਆ, ਵੱਧਦਾ ਇਸ ਲੈਵਲ 'ਤੇ ਪਹੁੰਚ ਗਿਆ ਕਿ 2007-08 ਦੇ ਵਿੱਚ ਇੰਨੀ ਲੜਾਈ ਵੱਧ ਗਈ। ਗੱਲਾਂ ਇਹੀ ਸੀਗੀਆਂ, ਸਿਰਫ ਗੱਲ ਇਹੀ ਸੀਗੀ, ਇੱਕ ਬੰਦਾ ਲੇਜ਼ੀ, ਇੱਕ ਬੰਦਾ ਸਾਰਾ ਕੰਮ ਕਰਕੇ ਘਰ ਦਾ ਖਰਚ ਚੱਕਦਾ, ਫਿਰ ਵੀ ਉਹਨੂੰ ਗੱਲਾਂ ਸੁਣਨੀਆਂ ਪੈਂਦੀਆਂ। ਆਹ ਚੱਕਰ ਸੀਗਾ। ਇੱਕ ਰਾਤ ਮੈਂ ਕੰਮ ਤੋਂ ਘਰ ਆਇਆ, ਰਾਤ ਨੂੰ 11 ਵਜੇ, ਬਹੁਤ ਸਨੋਅ ਪੈਣ ਡਈ ਸੀ, ਠੰਡ ਬਹੁਤ ਸੀਗੀ, ਅੰਤਾਂ ਦੀ ਠੰਡ ਸੀ। ਜਦੋਂ ਮੈਂ ਆਇਆ ਤਾਂ ਘਰ ਦਾ ਲੋਕ ਚੇਂਜ ਹੋਇਆ, ਮੇਰੇ ਕੋਲ ਚਾਬੀ ਜਿਹੜੀ ਸੀ ਉਹ ਲੱਗੇ ਨਾ, ਲੋਕ ਬੰਦ, ਡੋਰ ਕਰਾਂ ਕੋਈ ਡੋਰ ਨਾ ਖੋਲ੍ਹੇ। ਤਾਂ ਮੇਰੀ ਵਾਈਫ ਨੇ, ਜਿਹੜੀ ਮੇਰੀ ਐਕਸ ਵਾਈਫ ਸੀਗੀ, ਉਹਨੇ ਕੱਪੜੇ ਮੇਰੇ ਬੈਗ ਵਿੱਚ ਪਾ ਕੇ ਰੱਖ ਦਿੱਤੇ ਹੋਏ ਸੀ ਬਾਹਰ ਹੀ ਉੱਥੇ। ਕਹਿੰਦੀ ਤੂੰ ਅੰਦਰ ਨਹੀਂ ਆ ਸਕਦਾ, ਆਪਾਂ ਇਕੱਠੇ ਰਹਿ ਨਹੀਂ ਸਕਦੇ ਹੁਣ, ਯੂ ਹੈਵ ਟੂ ਗੋ, ਯੂ ਹੈਵ ਟੂ ਲੀਵ ਦਾ ਹਾਊਸ। ਉਸ ਵੇਲੇ ਇੰਨੀ ਟੈਨਸ਼ਨ, ਸਟ੍ਰੈਸ ਹੋਈ ਦਿਮਾਗ 'ਤੇ। ਇੱਕ ਬੰਦਾ ਘਰ ਬਣਾਉਂਦਾ, ਇੱਕ ਬੰਦਾ ਘਰ ਦੇ ਸਾਰੇ ਖਰਚ ਚੱਕਦਾ, ਅਤੇ ਉਹਨੂੰ ਹੀ ਘਰ ਤੋਂ ਕੱਢਤਾ ਜਾਵੇ, ਬਹੁਤ ਔਖਾ ਕੰਮ, ਬਹੁਤ ਬਹੁਤ ਗਲਤ ਹੋਇਆ ਸੱਚੀ। ਉਸ ਟਾਈਮ 'ਤੇ ਨਾ ਮੈਂ ਇੱਕੋ ਹੀ ਮੇਰੇ ਦਿਮਾਗ 'ਚ ਕਿਹੜੀ ਗੱਲ ਆਈ ਕਿ ਚਲੋ ਇੱਥੋਂ ਚਲੀਏ ਹੁਣ, ਕੋਈ ਨਹੀਂ। ਮੈਂ ਆਪਣੀ ਗੱਡੀ ਚੱਕੀ, 2 ਕੱਪੜੇ ਚੱਕੇ, ਜਿੱਧਰ ਨੂੰ ਮੇਰਾ ਦਿਮਾਗ ਚੱਲਿਆ ਮੈਂ ਉੱਧਰ ਨੂੰ ਚੱਲ ਗਿਆ। ਇੱਥੇ ਕੋਵੈਂਟਰੀ 'ਚ ਮੇਰਾ ਫਰੈਂਡ ਹੁੰਦਾ ਸੀਗਾ ਜਗਦੀਪ, ਉਹਨੂੰ ਫੋਨ ਕੀਤਾ ਰਾਤ ਨੂੰ, ਉਹ ਕਹਿੰਦਾ ਕੋਈ ਨਹੀਂ ਆ ਜਾ। ਮੈਂ ਉਹਨਾਂ ਦੇ ਘਰ ਨਹੀਂ ਗਿਆ, ਮੈਂ ਕੋਵੈਂਟਰੀ ਟੈਸਕੋ ਅਰੀਨਾ, ਬਹੁਤ ਵੱਡਾ ਟੈਸਕੋ ਆ, ਉੱਥੇ ਕਾਰ ਪਾਰਕ ਦੇ ਵਿੱਚ ਗੱਡੀ ਲਾ ਕੇ ਉੱਥੇ ਮੈਂ ਸੌਂ ਗਿਆ। ਸਵੇਰ ਨੂੰ ਉੱਠ ਕੇ ਫੇਰ ਆਪਣੀ ਵਾਈਫ ਨੂੰ ਮੈਸੇਜ ਕੀਤਾ ਜਾਂ ਫੋਨ ਕੀਤਾ, ਨਹੀਂ ਗੱਲ ਸੁਣੀ, ਨਾ ਮੰਨੀ ਨਹੀਂ ਮੇਰੀ ਗੱਲ ਕੋਈ ਵੀ। 11-12 ਵਜੇ ਜੋ ਦਿਨ ਚੜ੍ਹਿਆ ਚੰਗੀ ਤਰ੍ਹਾਂ, ਮੈਂ ਆਪਣੇ ਫਰੈਂਡ ਨੂੰ ਕਿਹਾ ਯਾਰ ਆਹ ਗੱਲ ਹੋਈ, ਉਹ ਕਹਿੰਦਾ ਕੋਈ ਨਹੀਂ ਘਰ ਨੂੰ ਆ ਜਾ। ਉਹਦਾ ਹਮੇਸ਼ਾ ਸ਼ੁਕਰਗੁਜ਼ਾਰ ਰਿਹਾ ਕਿ ਉਹਨੇ ਉਸ ਟਾਈਮ 'ਤੇ ਮੈਨੂੰ ਸਪੋਰਟ ਕੀਤੀ ਸੀ, ਕਦੀ ਭੁੱਲਿਆ ਨਹੀਂ। ਬਾਅਦ ਜੋ ਹੋਇਆ ਉਹ ਵੱਖਰੀਆਂ ਗੱਲਾਂ, ਕਿਤੇ ਫਿਰ ਸ਼ੇਅਰ ਜ਼ਰੂਰ ਕਰਾਂਗੇ। ਮੇਰੇ ਫਰੈਂਡ ਨੇ ਤਾਂ ਉਹਦੀ ਵਾਈਫ ਸੀ ਸੁਨੀਤਾ, ਉਹਨੇ ਮੇਰੀ ਬਹੁਤ ਹੈਲਪ ਕੀਤੀ, ਬਹੁਤ ਹੈਲਪ ਕੀਤੀ, ਥੋੜ੍ਹੀ ਨਹੀਂ ਬਹੁਤ ਜ਼ਿਆਦਾ।
ਹੌਲੀ 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 ਸੈੱਟ ਹੋ ਕੇ ਕੰਮ ਤੇ ਲੱਗਾ। ਇੱਥੇ ਪਹਿਲਾਂ ਰੈਂਟ ਤੇ ਘਰ ਲਿਆ, ਕਈ ਕੁਛ ਹੋਇਆ, ਇੱਥੇ ਵੀ ਬਹੁਤ ਮਿਹਨਤ ਕਰਨੀ ਪਈ। 2011-12 ਦੇ ਵਿੱਚ ਜਾ ਕੇ ਮੇਰਾ ਡਿਵੋਰਸ ਹੋ ਗਿਆ ਓਫੀਸ਼ਲੀ। ਜਦੋਂ ਮੈਂ ਕੰਮ ਤੇ ਲੱਗਾ ਤਾਂ ਫਿਰ ਮੇਰਾ ਜਿਹੜਾ ਮੁੰਡਾ ਸੀਗਾ, ਜਿਹੜਾ ਮੇਰਾ ਸਨ ਸੀਗਾ ਹਰੇਸ਼, ਮੇਰੀ ਐਕਸ ਵਾਈਫ ਜਿਹੜੀ ਸੀਗੀ, ਉਹ ਕਿਸੇ ਹੋਰ ਨਾਲ ਵਿਆਹ ਕਰਾ ਕੇ ਮੁੰਡੇ ਨੂੰ ਆਪਣੇ ਨਾਨੀ ਕੋਲ ਛੱਡ ਕੇ ਉਹ ਚਲ ਗਈ ਲੰਡਨ ਆਪਣੇ ਹਸਬੈਂਡ ਨਾਲ ਰਹਿਣ। ਮੁੰਡੇ ਦੇ ਸਕੂਲ ਨੇ ਮੈਨੂੰ ਫੋਨ ਕੀਤਾ ਕਿ ਮੁੰਡਾ ਬਹੁਤ ਉਦਾਸ ਆ ਕੇ ਉਹਨੂੰ ਮਿਲ। ਮੈਂ ਕੋਵੈਂਟਰੀ ਤੋਂ ਗਿਆ, ਸਕੂਲੇ ਜਾ ਕੇ ਦੇਖਿਆ ਤਾਂ ਮੇਰਾ ਮੁੰਡਾ ਜਿਹੜਾ ਦੌੜ ਕੇ ਆ ਗਿਆ ਕਲਾਸ ਨੂੰ, ਮੈਨੂੰ ਜੱਫੀ ਪਾਲੀ ਘੁੱਟ ਕੇ ਚੁੰਮੜ ਗਿਆ, ਮੈਨੂੰ ਰੋਣ ਲੱਗ ਪਿਆ ਕਿ ਡੈਡੀ ਮੈਂ ਤੇਰੇ ਨਾਲ ਜਾਣਾ, ਮੈਂ ਨਹੀਂ ਇੱਥੇ ਰਹਿਣਾ, ਮੈਂ ਨਹੀਂ ਇੱਥੇ ਰਹਿਣਾ, ਮੰਮੀ ਹੈ ਨਹੀਂ ਇੱਥੇ। ਉਦੋਂ ਇੱਕ ਵਾਰੀ ਫਿਰ ਦਿਲ ਪਸੀਚਿਆ ਗਿਆ, ਖੂਨੋ ਖੂਨ ਹੋ ਗਿਆ ਦਿਲ ਇੱਕ ਵਾਰ ਫਿਰ। ਮੈਂ ਉੱਥੇ ਉਹਦੀ ਸਕੂਲ ਦੀ ਪ੍ਰਿੰਸੀਪਲ ਨਾਲ ਗੱਲ ਕਰਕੇ ਪੁੱਛਿਆ, ਉਹ ਕਹਿੰਦੇ ਤੂੰ ਅੱਜ ਹੀ ਕੋਰਟ ਜਾ, ਮੁੰਡੇ ਆਪਣੇ ਨਾਲ ਲੈ ਜਾ ਘਰ ਨੂੰ, ਵੀ ਇਹ ਇਕੱਲਾ ਇੱਥੇ ਰਹਿ ਨਹੀਂ ਸਕਦਾ, ਬਹੁਤ ਉਦਾਸ ਹੈ ਮੁੰਡਾ। ਪਰ ਮੈਂ ਕੋਰਟ ਜਾ ਕੇ ਮੈਂ ਉਹਦੀ ਮੁੰਡੇ ਦੀ ਨਾ ਕਸਟਡੀ ਅਪਲਾਈ ਕੀਤੀ। ਕਸਟਡੀ ਚਲੋ ਮੈਨੂੰ ਮਿਲ ਗਈ, ਦੋ ਤਿੰਨ ਹੀਅਰਿੰਗ ਤੋਂ ਬਾਅਦ ਮੈਨੂੰ ਕਸਟਡੀ ਮਿਲੀ। ਤੇ ਮੁੰਡੇ ਨੂੰ ਨਿੱਕੇ ਜਿਹੇ ਨੂੰ ਲੈ ਕੇ ਮੈਂ ਕੋਵੈਂਟਰੀ ਆ ਗਿਆ। ਕੋਵੈਂਟਰੀ ਆਉਣ ਤੋਂ ਬਾਅਦ 4-5 ਸਾਲ ਦੇ ਬੱਚੇ ਨੂੰ ਪਾਲਣਾ, ਨਾਲੇ ਕੰਮ ਨਾ ਹੋਣਾ, ਆਪਣੀ ਕੰਮ ਵੀ ਕਰਨਾ, ਬੱਚੇ ਨੂੰ ਪਾਲਣਾ, ਉਹਨੂੰ ਸਕੂਲੇ ਛੱਡਣਾ, ਲਿਆਉਣਾ ਛੱਡਣਾ, ਨਹਾਉਣਾ ਧੋਣਾ, ਉਹਨੂੰ ਖਾਣਾ ਦੇਣਾ, ਸਾਰਾ ਕੁਛ ਮੇਰੇ ਕੰਮ ਸੀਗੇ। ਮਤਲਬ ਕੋਵੈਂਟਰੀ ਦੀ ਲਾਈਫ ਕੋਈ ਈਜ਼ੀ ਨਹੀਂ ਹੈਗੀ ਸੀ ਮੇਰੇ ਲਈ। ਕਹਿੰਦੇ ਹੁੰਦੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ। ਗੁਰਬਾਣੀ ਵਿੱਚ ਇੱਕ ਫਰਮਾਨ ਆਉਂਦਾ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ, ਸਭ ਕੁਝ ਤੈਨੂੰ ਸੌਂਪਿਆ ਜਾਂ ਤੇਰਾ ਬੰਦਾ। ਇੱਦਾਂ ਹੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਆ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਇੱਕ ਉਹ ਹੋਰ ਸ਼ਬਦ ਹੈਗਾ ਕਿ ਸਾਚੀ ਪ੍ਰੀਤ ਹਮ ਤੁਮ ਸੇ ਜੋੜੀ, ਤੁਮ ਸੇ ਜੋਰ ਅਵਰ ਸੰਗ ਤੋਰੀ। ਸੋ ਇਹ ਗੱਲਾਂ ਨੂੰ ਆਪਣੇ ਦਿਮਾਗ 'ਚ ਰੱਖ ਕੇ ਮੈਂ ਚੱਲਦਾ ਗਿਆ, ਮਿਹਨਤ ਕਰਦਾ ਗਿਆ। ਆਪਣੀ ਜੌਬ ਛੱਡ ਕੇ ਬੱਚੇ ਦਾ ਧਿਆਨ ਪਹਿਲਾਂ ਕੀਤਾ, ਪ੍ਰਾਈਵੇਟ ਕੰਮ ਕਰਨ ਲੱਗ ਗਿਆ, ਆਪਣਾ ਕੰਮ ਸ਼ੁਰੂ ਕਰਤਾ। ਪਹਿਲਾਂ ਕੇਟਰਿੰਗ ਦਾ ਕੰਮ ਸ਼ੁਰੂ ਕੀਤਾ, ਆਪ ਘਰੋਂ ਖਾਣਾ ਬਣਾ ਕੇ ਦੇਣਾ ਲੋਕਾਂ ਨੂੰ, ਕਸਟਮਰ ਕਾਫੀ ਲੱਗ ਗਏ। ਪਰ ਰਾਤ ਨੂੰ ਹਨੇਰਾ ਹੋ ਜਾਂਦਾ ਸੀ, ਇਸ ਕਰਕੇ ਕੇਟਰਿੰਗ ਦਾ ਕੰਮ ਛੱਡਣਾ ਪਿਆ, ਬੰਦ ਕਰਨਾ ਪਿਆ। ਬੱਚੇ ਨੂੰ ਦੇਖਣਾ ਨਹੀਂ ਸੀ ਕਿਸੇ ਨੇ। ਫਿਰ ਸੋਚਿਆ ਕਿ ਨਹੀਂ, ਕੰਮ ਤਾਂ ਕਰਨਾ ਹੀ ਪੈਣਾ, ਉੱਧਰ ਰਹਿ ਹੁੰਦਾ ਨਹੀਂ। ਫਿਰ ਮੈਂ ਬਿਲਡਿੰਗ ਦਾ ਕੰਮ ਕਰਨਾ ਸ਼ੁਰੂ ਕਰਤਾ, ਬਿਲਡਿੰਗ ਵਰਕ। ਜਿਹਦੇ ਕੋਲ ਮੈਂ ਕੰਮ ਸਿੱਖਦਾ ਸੀਗਾ, ਉਸ ਬੰਦੇ ਨੇ ਮੈਨੂੰ 20 ਪਾਉਂਡ ਦਿੰਦਾ ਸੀ, ਦਿੰਦੇ ਉਹ 20 ਪਾਉਂਡ, ਸਿਰਫ 20 ਪਾਉਂਡ। ਸਵੇਰ ਨੂੰ 7 ਵਜੇ ਤੋਂ 6-7 ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਮੈਂ ਕੰਮ ਉਹਨਾਂ ਕਰਦਾ ਹੁੰਦਾ ਸੀ, ਕਿਉਂਕਿ ਮੈਂ 3 ਵਜੇ ਮੁੰਡੇ ਨੂੰ ਚੱਕਣਾ ਹੁੰਦਾ ਸਕੂਲੋਂ। ਪਰ ਮਨ 'ਚ ਇਹ ਸੀਗਾ ਕਿ ਕੰਮ ਸਿੱਖਣਾ, ਕੰਮ ਕਰਨਾ, ਲਾਈਫ ਤਾਂ ਕੱਢਣੀ ਆਪਣੀ। ਤੇ ਉੱਤੋਂ ਮੈਂ ਕੰਮ ਸਿੱਖ ਲਿਆ, ਚੰਗੀ ਤਰ੍ਹਾਂ ਸਿੱਖੀ ਗਿਆ। ਕੋਈ ਨਹੀਂ, ਮੈਨੂੰ 30 ਦੇਵੇ 30 ਸਹੀ, ਕੋਈ ਗੱਲ ਨਹੀਂ। ਮੁੰਡੇ ਨੂੰ ਵੀ ਪਾਲਿਆ, ਵਧੀਆ ਪਾਲਿਆ। ਹੁਣ ਇਸ ਵੇਲੇ 15 ਸਾਲ ਦਾ ਹੋ ਗਿਆ ਮੇਰਾ ਮੁੰਡਾ। ਬਿਲਡਿੰਗ ਦਾ ਸਲੋਲੀ ਆਪਣਾ ਕੰਮ ਸ਼ੁਰੂ ਕਰ ਲਿਆ, ਆਪ ਸਾਰਾ ਕੁਝ ਸਿੱਖ ਕੇ। ਪਹਿਲਾਂ ਗਲਤੀਆਂ ਵੀ ਹੋਈਆਂ, ਕੋਈ ਇਹ 'ਚ ਸ਼ੱਕ ਨਹੀਂ, ਮੈਂ ਕੋਈ ਝੂਠ ਨਹੀਂ ਬੋਲਣਾ। ਪਹਿਲਾਂ ਬਿਲਡਿੰਗ ਕੰਮ 'ਚ ਗਲਤੀਆਂ ਹੋਈਆਂ, ਉਹ ਗਲਤੀਆਂ ਦੇ ਕਾਰਨ ਕਾਫੀ ਕੁਝ ਖਰਾਬ ਵੀ ਹੋਇਆ। ਕੋਈ ਨਹੀਂ, ਮੇਰੀ ਆਪਣੀ ਇਮੇਜ ਵੀ ਖਰਾਬ ਹੋਈ, ਪਰ ਹਟਿਆ ਨਹੀਂ, ਮੈਂ ਸਿੱਖੀ ਗਿਆ ਬਸ। ਜੇ ਕਿਤੇ ਕੋਰਸ ਕਰਨਾ ਪਿਆ ਤਾਂ ਕੋਰਸ ਕੀਤਾ, ਜੇ ਕਿਤੇ ਸਿੱਖਣਾ ਪਿਆ ਸਿੱਖਿਆ। ਬਿਲਡਿੰਗ ਦਾ ਕੰਮ ਹੌਲੀ ਹੌਲੀ ਇੰਨਾ ਵਧੀਆ ਹੋਇਆ, ਠੇਕੇ ਮਿਲਣੇ ਸ਼ੁਰੂ ਹੋ ਗਏ, ਬੰਦੇ ਰੱਖਤੇ। ਕੰਮ ਕਰਦੇ ਜਦੋਂ ਹੁਣ 2019 ਤੱਕ ਮੈਂ $1 ਲੱਖ
ਪਾਉਂਡ ਤੱਕ ਦੀ ਮੇਰੇ ਟਰਨਓਵਰ ਹੋ ਗਏ ਸੀ, ਸੌਰੀ 5 ਲੱਖ ਪਾਉਂਡ ਤੱਕ ਦੀ ਟਰਨਓਵਰ ਹੋ ਗਈ ਸੀ। 2019 ਤੱਕ ਮੇਰੇ ਟਰਨਓਵਰ ਹੋ ਗਈ ਸੀ ਇੰਨੀ